ਮੰਡੀ ਦੇ ਵਿੱਚ ਜਿਹੜਾ ਮੰਡੀ ਸਿਸਟਮ ਚੱਲਦਾ ਬਤੌਰ ਪੱਲੇਦਾਰ ਆੜ੍ਹਤੀ ਉਸ ਤੋਂ ਬਾਅਦ ਮੰਗ ਕੀ ਹੈ ਜੀ ਮੋਦੀ ਸਾਹਿਬ ਤੋਂ ਮੰਗ ਆ ਜੀ। ਮੈਂ ਇਹ ਗੱਲ ਪਹਿਲਾਂ ਪੂਰੀ ਕਰ ਲਵਾਂ ਜਿਹੜੀ ਬਹੁਤ ਜ਼ਰੂਰੀ ਹੈ। ਗੁੱਡ ਮਾਰਨਿੰਗ NRI ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਹਰੇਸ਼ ਵਸ਼ਿਸ਼ਟ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਔਰ ਜਿਨ੍ਹਾਂ ਦਾ ਇਹ ਗੱਲ 'ਚ ਬੜਾ ਵਿਸ਼ਾਲ ਤਜਰਬਾ ਹੈ ਕਿ ਜੋ ਵੱਖ-ਵੱਖ ਘਟਨਾਵਾਂ ਲਗਭਗ ਪਿਛਲੇ 3 ਦਹਾਕਿਆਂ 'ਚ ਸਾਡੇ ਦੇਸ਼ ਵਿੱਚ ਵਾਪਰਦੀਆਂ ਰਹੀਆਂ, ਰਾਜਸੀ ਤੌਰ ਤੇ ਜਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਜਾਂ ਹਰਿਆਣੇ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਡਿੱਗੀਆਂ, ਉਹ ਸਾਰਿਆਂ ਦੇ ਬਾਰੇ ਉਹਨਾਂ ਦਾ ਬੜਾ ਇੱਕ ਵਿਸ਼ਾਲ ਅਧਿਐਨ ਹੈਗਾ। ਉਹਦੇ ਬਾਰੇ ਉਹਨਾਂ ਦੀ ਇੱਕ ਆਪਣਾ ਰਾਏ ਹੈਗੀ ਹੈ, ਇੱਕ ਦ੍ਰਿਸ਼ਟੀਕੋਣ ਹੈਗਾ। ਤੇ ਦੂਸਰੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੀ ਸਹਿਯੋਗੀ ਨੇਹਾ ਸ਼ੁਕਲਾ ਜੀ। ਤੇ ਹੁਣ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਨਾਲ ਸੰਬੰਧਿਤ। ਜਿਸ ਤਰ੍ਹਾਂ ਅੱਜ ਫਿਰ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਪ੍ਰਪੋਜ਼ਲ ਸੀਗੀਆਂ, ਜਿਹੜੀਆਂ ਕੱਲ੍ਹ ਆਈਆਂ ਸੀਗੀਆਂ ਸਰਕਾਰੀ ਤੌਰ ਤੇ ਕੈਬਨਿਟ ਵੱਲੋਂ ਪਾਸ ਹੋ ਕੇ, ਉਹਨਾਂ ਨੂੰ ਫਿਰ ਦੁਹਰਾਇਆ। ਪਰ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਇਹਨਾਂ ਦੇ ਸਬੰਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਮਨ 'ਚ ਕੋਈ ਸ਼ੰਕਾ ਹੋਵੇ, ਕੋਈ ਉਹਨਾਂ ਨੇ ਗੱਲ ਕਹਿਣੀ ਹੋਵੇ ਤਾਂ ਅਸੀਂ ਹਰ ਸਮੇਂ ਗੱਲਬਾਤ ਲਈ ਤਿਆਰ ਹਾਂ। ਇਸ ਕਰਕੇ ਇੱਕ ਪੱਖ ਤਾਂ ਇਹ ਹੈ। ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ 10 ਦਸੰਬਰ ਤੱਕ ਦਾ ਅਲਟੀਮੇਟਮ ਸੀ ਕਿ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਸ ਲਵੇ, ਪਰ ਸਰਕਾਰ ਨੇ ਆਪਣੀਆਂ ਪ੍ਰਪੋਜ਼ਲਾਂ ਤੇ ਅੜੀ ਹੋਈ ਹੈ। ਇਸ ਤਰ੍ਹਾਂ ਹੀ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣਾ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਸਰਕਾਰ ਜਿਹੜੇ ਆ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ। ਸੋ ਇਸ ਕਰਕੇ ਜਿੱਥੇ ਗੱਲ ਕੱਲ੍ਹ ਖੜੀ ਸੀ ਅੱਜ ਵੀ ਉੱਥੇ ਹੀ ਖੜੀ ਹੈ। ਇਹ ਜ਼ਰੂਰ ਹੈ ਕਿ ਅੱਜ ਬਕਾਇਦਾ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਖਬਰਾਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹੁਣ ਅਸੀਂ ਦੇਖਾਂਗੇ ਕਿ ਸਿੰਘੂ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਜਿਹੜਾ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਤੇ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਹੈ ਉਹਨਾਂ ਦੇ ਜਿਹੜਾ ਪ੍ਰੈਸ ਕਾਨਫਰੰਸ ਸੀ ਉਹਦੇ ਬਾਰੇ ਕੀ ਕਿਹਾ ਤੇ ਉਹਨਾਂ ਨੇ ਆਪਣੇ ਅਗਲੇ ਪ੍ਰੋਗਰਾਮ ਬਾਰੇ ਅੰਦੋਲਨ ਨਾਲ ਸੰਬੰਧਿਤ ਹੈ ਜਿਹੜਾ ਉਹਦੇ ਬਾਰੇ ਕੀ ਕਿਹਾ। ਆਓ ਦੇਖਦੇ ਹਾਂ ਉਹ ਵੀਡੀਓ ਤੇ ਉਹ ਪ੍ਰੈਸ ਕਾਨਫਰੰਸ ਲਾਈਵ ਸਿੰਧੂ ਬਾਰਡਰ ਤੋਂ। जी बलकरण बराड़ जी और हरजिंदर टांडा जी, मैं दर्शन पाल हूँ। तो आज की प्रेस कॉन्फ्रेंस को शुरू करवाएंगे बूटा सिंह जी, और जो भी आपके क्वेश्चन होंगे, खास करके आज की प्रेस कॉन्फ्रेंस जो गवर्नमेंट ने की है उसमें एक ही मैं बात बोल दूं कि पहले वर्बली फिर लिखित और आज प्रेस कॉन्फ्रेंस में एक भी पैसे का अंतर नहीं है। ये कंटेंट में बोल देता हूं। बूटा सिंह जी बुर्जगिर हमारे आज के प्रेसिडेंट है, इस प्रेस कॉन्फ्रेंस को शुरू करेंगे। सबसे पहले सारे मीडिया ਨੂੰ ਸੰਬੋਧਨ ਹੁੰਦੇ ਹੋਏ ਮੈਂ ਸਾਰੇ ਮੀਡੀਆ ਦਾ ਧੰਨਵਾਦੀ ਹੂੰ ਕਿ ਤੁਸੀਂ ਇੱਥੇ ਆਪਣਾ ਸਮਾਂ ਕੱਢ ਕੇ ਪਹੁੰਚੇ ਹੋ। ਜਦ ਕੀ ਆਪਦਾ ਨਾਮ ਗ੍ਰਹਿ ਮੰਤਰੀ ਦੇ ਨਾਲ ਰਾਤ ਨੂੰ ਮੀਟਿੰਗ ਹੋਈ ਹੈ, ਕਾਫੀ ਸ਼ੋਰ ਸ਼ਰਾਬਾ ਹੋਇਆ ਮੀਡੀਆ ਦੇ ਉੱਪਰ। ਉਹਦੀ ਅਸੀਂ ਪੂਰੀ ਸਮੀਖਿਆ ਕੀਤੀ ਸੀ। ਲੱਗਦਾ ਸੀ ਮੀਡੀਆ ਨੂੰ ਕਿ ਜਥੇਬੰਦੀਆਂ ਅੱਡੋ ਫਾਟੀ ਹੋ ਗਈਆਂ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ 32 ਦੇ 32 ਪੰਜਾਬ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਬੈਠੇ ਹਾਂ। ਅਸੀਂ ਸਾਰੇ ਇੱਕ ਮਤ ਹਾਂ, ਇੱਕ ਭੋਰਾ ਵੀ ਫਰਕ ਨਹੀਂ ਹੈ ਸਾਡੇ ਵਿੱਚ। ਸਭ ਤੋਂ ਪਹਿਲਾਂ ਤਾਂ ਇਹ ਬਤਾਉਣਾ। दूसरी बात कि जो 12 और 14 का ऐलान हुआ है, पंजाब में बखरी स्थिति है। 12 तारीख को पंजाब भारत में टोल प्लाजे बंद रखने का ऐलान हुआ है। ये तो भी सानू समीक्षा करनी पई आ कि पूरे भारत में तो एक दिन ਲਈ टोल प्लाजे फ्री व्हीकल नहाए जाएंगे। पंजाब में पहले ही टोल प्लाजे बंद किए हुए हैं, फ्री चल रहा है, 2.5 महीने हो गया। ये फैसला 12 को लिया गया कि जेड़े टोल प्लाजे अजे नहीं बंद हुए पंजाब में
सारों को बंद कर दिया जाएगा 12 तारीख को। जितने भी टोल प्लाजे पंजाब में है, कुछ टोल प्लाजे खाली पड़े से, हुण 12 तारीख को एक भी प्लाजा यह जा नहीं हो जेड़ा ना बंद होगा। ये 12 तारीख का फैसला है। 14 तारीख के डिस्ट्रिक्ट दफ्तरों अगे, मतलब DC दफ्तरों अगे धरने देने का ऐलान हुआ है पूरे भारत में। पंजाब एक बखरी स्टेट है क्योंकि आंदोलन पंजाब से शुरू हुआ। पंजाब में टोल प्लाजे भी बंद हैं, मॉल भी बंद हैं, रिलायंस के पंप भी बंद हैं, BJP के लीडरों के घर आगे धरने भी जारी हैं। एक बखरा ये होगा 14 तारीख को कि जिन्ने पंजाब के DC हैं उन्होंने दे पहले भी चलते रहेंगे, तो न्याय ये होगा कि DC दफ्तरों के अगे भी धरने पूरे पंजाब में दिए जाएंगे। अगली बात यह है कि पंजाब दीयां 30 जथेबंदियां ने पंजाब से जदों बैठे से रेलवे ट्रैक तो उठकर असीं रेलवे पार्क में चले गए थे और 10 तारीख आज 10 दिसंबर तक का अल्टीमेटम दिया हुआ था कि मोदी जी ने साडी बात ना सुनी, तिन्ने कानूनों को रद्द ना किया तो 10 तारीख नूं मोड़ के रेलवे ट्रैक पर सारे धरने आ जाएंगे, मुड़ रेलवे ट्रैक बंद हो जाएगा। जिहड़ा अल्टीमेटम दिया था, आज की मीटिंग ने फैसला लिया कि अब हुण रेलवे ट्रैक पर जाएंगे तो पूरे भारत के लोग जाएंगे। ये फैसला जिहड़ी उपरली किसान संयुक्त मंच उन्होंने ऐलान करना, उसकी डेट उन्होंने तय करनी है। रेलवे पार्कों में चलते धरने बिल्कुल अगले ऐलान तक जारी रहेंगे। ये 3-4 फैसले आज असी लिए है, सर्वसम्मति से लिए है, तो इन्होंने फैसलों को लागू करने के लिए पूरी तैयारी है पूरे भारत में, पूरे पंजाब में। देखो बखरी किस्म का आंदोलन पंजाब में चल रहा है, जिहड़े मैं पहला गल्लां बताइयां कि कित्थे कित्थे धरने चलते हैं और DC दफ्तरों भी होणगे, ते जिहड़ी लैन पंजाब से दिल्ली से आ रही है वो भी जारी रहेगी। देखना चाहिए कि ऐसा आंदोलन है पंजाब में, इसे करके पंजाब राह सिरा बनया होया पूरे भारत को आंदोलन का कि सारे दे सारी एजिटेशन ज्यों त्यों लाखों किसान पंजाब के दिल्ली में बॉर्डर पर ते सप्लाई लाइन भी जारी है ते बिल्कुल धरने भी जारी है। जिहड़ी बात तोमर जी ने अज प्रेस कॉन्फ्रेंस की है वो राजेवाल जी बोलणगे। जे आ फैसलों के नाल किसी का सवाल आया उसका जवाब मैं दूंगा। एक बात कहनी चाहूँगा, प्रधानमंत्री जी कह रहे हैं कि गलबात जारी रहनी चाहिए, हम भी कहते हैं गलबात जारी रहनी चाहिए। और खेती मंत्री के साथ 6 मीटिंगां हो चुकी हैं। वो कह रहा है जे किसान जथेबंदियों अमेंडमेंटा को मनणगे तो बातचीत होगी, नहीं होगी। मोड़वी शर्त साडे पर एक फिर ला दी जाती है, इसको असी निंदा करते हैं। तो BJP के जोड़े लीडर हैं, साडे मंत्री जी हैं, उन्होंने कहिए कि जैसा आंदोलन है एकजुट होइए। प्रधानमंत्री कुछ होर बोल रहे हैं, खेती मंत्री कुछ होर बोल रहे हैं, गृह मंत्री कुछ होर बोल रहे हैं। बेनती है, अपील है कि एकजुट होकर फैसला लिए, किसानों के पक्ष में लिए। असी एकजुट हाँ, साडी चुनी हुई सरकार भारत दी नूं एकजुट होकर एक कोई किसानों के पक्ष में फैसला लेना चाहिए। जिस तरह तुसीं हुणे देखिया हैगा कि जिहड़े किसान जथेबंदियां वालों जिहड़ी प्रेस कॉन्फ्रेंस की गई है उस दे विच बकायदा किसान आगूआं ने यह गल कही है कि जिहड़े केंद्री मंत्री आ वो वख-वख बोली बोलदे आ। प्रधानमंत्री हुणी कह रहे हैं कि गलबात जारी रहनी चाहिए है ते कुछ थावां दे उत्ते इन्हां दे आपस च तालमेल नहीं है सरकार च। किसान आगूआं दा कहना है कि असीं तां एकजुट आ ते एक आवाज़ च बोल रहे हैं, पर उन्हां वल्लों वख-वख आवाज़ां जिहड़ियां आ रहीआं। ਤਾਂ ਇਸ ਦੇ ਨਾਲ ਹੀ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਜੰਤਰ ਮੰਤਰ ਰੋਡ ਉੱਤੇ ਪਿਛਲੇ 5 ਦਿਨਾਂ ਤੋਂ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਹੈ ਉਹ ਧਰਨਾ ਦੇ ਕੇ ਬੈਠੇ ਹੋਏ ਆ, ਤਾਂ ਉਹ ਧਰਨਾ ਵੀ ਜਿਹੜਾ ਉਹਨਾਂ ਦੀ ਮੰਗ ਹੈ ਕਿ ਪਾਰਲੀਮੈਂਟ ਦਾ ਜਿਹੜਾ ਇਜਲਾਸ ਸੱਦਿਆ ਜਾਵੇ ਔਰ ਉਹਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ। ਤੇ ਅੱਜ ਉਸ ਧਰਨੇ ਦੇ ਵਿੱਚ ਜੰਤਰ ਮੰਤਰ ਰੋਡ ਉੱਤੇ ਸਾਡੇ ਸੀਨੀਅਰ ਰਿਪੋਰਟਰ ਬਲਵਿੰਦਰ ਜੰਮੂ ਜੀ ਪਹੁੰਚੇ ਹੋਏ ਆ। ਆਓ ਸੁਣਦੇ ਹਾਂ ਕਿ ਉਹਨਾਂ ਨੇ ਜਿਹੜੇ ਸੰਸਦ ਮੈਂਬਰ ਹੈ ਆਪਣੇ ਧਰਨੇ ਬਾਰੇ, ਆਪਣੀਆਂ ਮੰਗਾਂ ਬਾਰੇ ਜੰਮੂ ਜੀ ਨਾਲ ਕੀ ਗੱਲਬਾਤ ਕੀਤੀ। ਹਾਂਜੀ ਜੰਮੂ ਜੀ। ਹਾਂਜੀ ਜੰਤਰ ਮੰਤਰ ਵਿਖੇ ਨਾ ਕਾਂਗਰਸ ਪਾਰਟੀ ਦੇ
ਜਿਸ ਦਿਨ ਧਰਨਾ ਸ਼ੁਰੂ ਕੀਤਾ ਸੀਗਾ ਉਸ ਦਿਨ ਤਾਂ ਸਾਰੇ ਸੰਸਦ ਮੈਂਬਰ ਸੀਗੇ, ਇਹਨਾਂ ਦੇ ਪਾਰਲੀਮੈਂਟ ਮੈਂਬਰ ਬੈਠੇ ਸੀ, ਨਾਲ ਕੁਝ MLA ਵੀ ਸੀਗੇ। ਜੀ ਜੀ। ਹੁਣ ਇਹਨਾਂ ਦੇ 3-4 ਜਿਹੜੇ ਪਾਰਲੀਮੈਂਟ ਮੈਂਬਰ ਆ, 4 ਪਾਰਲੀਮੈਂਟ ਰੋਜ਼ ਉੱਥੇ ਬੈਠਦੇ ਆ। ਜਦੋਂ ਅਸੀਂ ਉੱਥੇ ਧਰਨੇ ਵਾਲੀ ਥਾਂ ਤੇ ਗਏ ਉਸ ਸਮੇਂ ਜਿਹੜੇ ਤਰਨਤਾਰਨ ਤੋਂ ਖਡੂਰ ਸਾਹਿਬ ਤੋਂ ਹੈਗੇ ਆ MP ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਜੀ ਤੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜੀ ਇਹ ਬੈਠੇ ਹੋਏ ਸੀਗੇ। ਰਵਨੀਤ ਬਿੱਟੂ ਵੀ ਇੱਥੇ ਬੈਠਦੇ ਆ ਤੇ ਉਸ ਤੋਂ ਇਲਾਵਾ ਕੁਝ MLA ਵੀ ਬੈਠਦੇ, ਜਿਨ੍ਹਾਂ 'ਚ ਕੁਲਬੀਰ ਸਿੰਘ ਜੀਰਾ, ਅੱਜ ਨਵਤੇਜ ਸਿੰਘ ਚੀਮਾ ਵੀ ਆਏ ਹੋਏ ਸੀਗੇ। ਜੀ ਜੀ ਜੀ। ਇਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਡਾ ਕੀ ਪ੍ਰੋਗਰਾਮ? ਇਹ ਕਹਿੰਦੇ ਵੀ ਜਦੋਂ ਤੱਕ ਜਿਹੜੀ ਹੈ ਇਹ ਅੰਦੋਲਨ ਚੱਲੇਗਾ ਕਿਸਾਨਾਂ ਦਾ, ਜਿੰਨਾ ਚਿਰ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਜੀ ਤੇ 1 ਕਰੋੜ ਦੇ ਜੁਰਮਾਨੇ ਤੇ 5 ਸਾਲ ਦੀ ਸਜ਼ਾ ਵਾਲਾ ਪਰਾਲੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਆਰਡੀਨੈਂਸ ਜਾਰੀ ਕੀਤਾ ਉਹ ਤੇ ਬਿਜਲੀ ਪ੍ਰਸਤਾਵਿਤ ਬਿਜਲੀ ਬਿੱਲ, ਜੀ ਜੀ ਇਹਨਾਂ ਨੂੰ ਜਿੰਨਾ ਚਿਰ ਵਾਪਸ ਨਹੀਂ ਲੈਂਦੀ ਉਹਨਾਂ ਚਿਰ ਸਾਡਾ ਵੀ ਜੰਤਰ ਮੰਤਰ ਤੇ ਧਰਨਾ ਜਿਹੜਾ ਜਾਰੀ ਰਹੇਗਾ। ਜੀ ਜੀ। ਇਹ ਰੋਜ਼ ਬਦਲਦੇ ਰਹਿਣਗੇ ਉੱਥੇ ਸੰਸਦ ਮੈਂਬਰ ਕਿ ਇਹੀ ਬੈਠੇ ਰਹਿਣਗੇ? ਨਹੀਂ, ਇਹ ਤਾਂ ਪਰਮਾਨੈਂਟ ਹੀ ਹੈ। ਇਹਦੇ ਨਾਲ ਕੁਝ ਬਦਲ ਜਾਂਦੇ ਆ, ਕੁਝ MLA ਵੀ ਬਦਲ ਜਾਂਦੇ ਆ, ਮਤਲਬ ਇਹਨਾਂ ਦਾ ਧਰਨਾ ਜਿਹੜਾ ਲਗਾਤਾਰ ਜਾਰੀ ਰਹੇਗਾ। ਜੀ। ਇਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਜਿਹੜੇ ਆ ਕਿੰਨੇ ਖੇਤੀ ਕਾਨੂੰਨ ਜਿਹੜੇ ਆ ਆਰਡੀਨੈਂਸ ਜਿਹੜਾ ਪਰਾਲੀ ਵਾਲਾ ਉਹ ਵਾਪਸ ਲੈਣੇ ਚਾਹੀਦੇ ਆ ਜੀ। ਤੇ ਉਹਨਾਂ ਦਾ ਕਹਿਣਾ ਕਿ ਅਸੀਂ ਇਹਦੇ ਉੱਪਰ ਪੰਜਾਬ ਦੇ ਵਿੱਚ ਵੀ ਸਰਗਰਮੀ ਜਿਹੜੀ ਹੈ ਸਾਡੀ ਜਾਰੀ ਰਹੇਗੀ। ਉਹਦੇ ਨਾਲ ਹੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ ਸੁਨੀਲ ਜਾਖੜ, ਉਹ ਵੀ ਇਸ ਮਾਮਲੇ ਤੇ ਕੇਂਦਰ ਸਰਕਾਰ ਦੀ ਕਾਫੀ ਖਿਚਾਈ ਕਰ ਚੁੱਕੇ ਆ। ਉਹਨਾਂ ਨੇ ਵੀ ਕਹਿਣਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਤੇ ਕਿੰਨੇ ਖੇਤੀ ਕਾਨੂੰਨ ਜਿਹੜੇ ਆ ਕਿਸਾਨਾਂ ਦੀ ਹੋਂਦ ਲਈ ਖਤਰਾ ਹੈ। ਜੀ ਜੀ। ਇਸ ਕਰਕੇ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ। ਇਹਦੇ ਬਾਰੇ ਜਿਹੜੀ ਟਾਲ ਮਟੋਲ ਦੀ ਰਾਜਨੀਤੀ ਬਣਾਉਣਾ ਇਹ ਗਲਤ ਹੈਗਾ ਜੀ। ਤੇ ਉਹਨਾਂ ਦਾ ਕਹਿਣਾ ਕਿ ਅਸੀਂ ਕਿਸਾਨਾਂ ਦੇ ਜਿਹੜਾ ਲਗਾਤਾਰ ਹਮਾਇਤ ਕਰਾਂਗੇ ਤੇ ਅਸੀਂ ਜਿਹੜੀ ਕਹਿੰਦੇ ਸਾਡੀ ਜਿਹੜੀ ਸਰਕਾਰ ਆ ਉਹਨੇ ਜਿਹੜੇ ਬਦਲਵੇਂ ਜਿਹੜੇ ਬਿੱਲ ਬਣਾਏ ਆ ਇਹਨਾਂ ਨੂੰ ਵਿਧਾਨ ਸਭਾ 'ਚ ਪਾਸ ਕੀਤਾ ਗਿਆ, ਉਹਨਾਂ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਤੋਂ ਮੋਹਰ ਲੱਗਣੀ ਚਾਹੀਦੀ ਹੈ, ਪਰ ਅਜੇ ਉਹ ਬਿੱਲ ਜਿਹੜੇ ਤਿੰਨੇ ਅਟਕੇ ਹੋਏ ਰਸਤੇ ਦੇ ਵਿੱਚ ਕਿਤੇ। ਇਹ ਰਾਜਪਾਲ ਕੋਲ ਹੈ ਕਿ ਅੱਗੇ ਪਹੁੰਚ ਗਿਆ ਜੀ? ਉਹਨਾਂ ਦਾ ਕਹਿਣਾ ਕਿ ਅਸੀਂ ਇਸ ਮਾਮਲੇ ਤੇ ਲਗਾਤਾਰ ਜਿਹੜਾ ਆਪਣਾ ਅੰਦੋਲਨ ਜਿਹੜਾ ਜਾਰੀ ਰੱਖਾਂਗੇ ਤੇ ਸਾਡਾ ਅੰਦੋਲਨ ਜਾਰੀ ਰਹੇਗਾ। ਜੀ ਜੀ। ਇਹਦੇ ਨਾਲ ਹੀ ਵੱਖ-ਵੱਖ ਆਗੂ ਆ ਜਿਹੜੇ ਕੁਮਾਰੀ ਖੈਲ ਦਾ ਕੱਲ ਟਿਕਰੀ ਬਾਰਡਰ ਤੇ ਜਾ ਕੇ ਆਏ ਆ, ਉਹਨਾਂ ਦੇ ਨਾਲ ਅਨੈਲੋ ਦੇ ਜਿਹੜੇ ਆ ਉਹ ਵੀ ਇੱਕ ਜਿਹੜੇ ਆ ਵਿਧਾਇਕ ਜਿਹੜੇ ਅਭੈ ਚਟਾਲਾ ਉਹ ਵੀ ਗਏ ਸੀਗੇ। ਉਹਨਾਂ ਨੂੰ ਕਿਸਾਨਾਂ ਨੇ ਆਪਣੇ ਫੈਸਲੇ ਮੁਤਾਬਕ ਸਟੇਜ ਤੇ ਤਾਂ ਨਹੀਂ ਬੁਲਾਇਆ, ਪਰ ਉਹ ਆਪਣੇ ਜਿਹੜਾ ਉਹਨਾਂ ਲੋਕਾਂ ਦੇ ਵਿੱਚ ਜ਼ਰੂਰ ਸ਼ਿਰਕਤ ਉਹਨਾਂ ਕੀਤੀ ਹੈ। ਜੀ ਜੀ। ਵੈਸੇ ਦਿੱਲੀ ਦੇ ਵਿੱਚ ਚਾਰੇ ਪਾਸੇ ਜਿਹੜਾ ਮੀਡੀਆ ਦੇ ਵਿੱਚ ਹੋਰ ਪਾਸੇ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਵੀ ਇਹ ਕਿਸਾਨ ਅੰਦੋਲਨ ਦਾ ਕੀ ਬਣੇਗਾ, ਕਿਸਾਨ ਅੰਦੋਲਨ ਕਿੱਧਰ ਨੂੰ ਜਾਏਗਾ। ਹਾਂਜੀ, ਕੀ ਲੋਕਾਂ ਦੀ ਕੀ ਰਾਏ ਜੰਮੂ ਜੀ, ਕੀ ਕਹਿ ਰਹੇ ਚਰਚਾ 'ਚ, ਕੀ ਆ ਰਹੀ ਗੱਲ? ਲੋਕਾਂ ਨੂੰ ਇਹ ਲੱਗਦਾ ਵੀ ਇਹ ਸਰਕਾਰ ਛੇਤੀ ਕਿਤੇ ਮੰਨਣ ਵਾਲੀ ਨਹੀਂ ਕੇਂਦਰ ਸਰਕਾਰ ਬਾਰੇ। ਇੱਕ ਧਾਰਨਾ ਹੈ ਵੀ ਇਹ ਜਿਹੜਾ ਕਦਮ ਚੁੱਕ ਲੈਂਦੀ ਉਹਨੂੰ ਬਹੁਤ ਛੇਤੀ ਰਿਵਿਊ ਨਹੀਂ ਕਰਦੀ। ਜੀ ਜੀ। ਤੇ ਜਦੋਂ ਅਸੀਂ ਕਿਹਾ ਵੀ ਪਹਿਲਾਂ ਸਰਕਾਰ ਗੱਲਬਾਤ ਨਹੀਂ ਸੀ ਕਰਨਾ ਚਾਹੁੰਦੀ, ਹੁਣ ਸੋਧਾ ਕਰਨ ਲਈ ਤਿਆਰ ਹੈ ਜੀ, ਤੇ ਅਲਟੀਮੇਟਲੀ ਸਰਕਾਰ ਨੂੰ ਜਿਹੜੀ ਕੌਮਾਂਤਰੀ ਪੱਧਰ ਦੇ ਉੱਪਰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ। ਜੀ ਜੀ। ਯੂਨਾਈਟਿਡ ਨੇਸ਼ਨ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਮੁੱਦੇ ਦੇ ਉੱਪਰ ਮਤਲਬ ਮੋਦੀ ਸਰਕਾਰ ਨੂੰ ਅੱਜ ਤੱਕ ਇਹੋ ਜਿਹੀ ਸਥਿਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ, ਤੇ ਕੱਲ ਨੂੰ ਜਦੋਂ ਕੋਈ ਵੀ ਮੰਤਰੀ ਜਿਹੜਾ ਵਿਦੇਸ਼ 'ਚ ਜਾਏਗਾ ਉਹਨਾਂ ਨੂੰ ਇਹ ਸਾਹਮਣਾ ਕਰਨਾ ਹੀ ਪਏਗਾ। ਜੀ ਜੀ। ਤੇ ਉਸ ਗੱਲ ਤੇ ਲੋਕਾਂ ਦਾ ਕਹਿਣਾ ਵੀ ਹਾਂ ਇਹ ਗੱਲ ਤਾਂ ਠੀਕ ਹੈ, ਪਰ ਇਹ ਸਰਕਾਰ ਜਿੱਦੀ ਜ਼ਰੂਰ ਹੈ, ਜਿੱਦੀ ਹੋਣ ਕਰਕੇ ਹੋ ਸਕਦਾ ਹੈ। ਪਰ ਜੰਮੂ ਜੀ ਜਿਸ ਤਰ੍ਹਾਂ ਜਿੱਦੀ ਦੀ ਤੁਸੀਂ ਗੱਲ ਕਰ ਰਹੇ ਹੋ, ਕਿਸਾਨ ਆਗੂ ਵੀ ਤਾਂ ਇਹ ਗੱਲ ਕਹਿ ਰਹੇ ਹੈਗੇ ਨਾ ਕਿ ਕਿਸ ਤਰ੍ਹਾਂ ਪਹਿਲਾਂ ਤਾਂ ਇਹ ਮੰਨਦੇ ਹੀ ਨਹੀਂ ਸੀ ਕਿ ਇਹਨਾਂ ਖੇਤੀ ਕਾਨੂੰਨਾਂ 'ਚ ਕੋਈ ਨੁਕਸ ਹੈਗਾ, ਪਰ ਹੁਣ ਇੰਨੇ ਗੱਲਬਾਤ ਜਿਹੜੇ 5 ਗੇੜ ਹੋਏ ਤੇ ਗੈਰ ਰਸਮੀ ਜਿਹੜੀ ਗੱਲਬਾਤ ਹੋਈ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ, ਉਹਦੇ ਵਿੱਚ ਉਹਨਾਂ ਘੱਟੋ ਘੱਟ ਇਹ ਤਾਂ ਹੁਣ ਮੰਨ ਲਿਆ ਕਿ ਇਹਨਾਂ ਬਿੱਲਾਂ 'ਚ ਨੁਕਸ ਹੈਗੇ ਆ। ਬਿਲਕੁਲ, ਇਹ ਜਿਹੜੀਆਂ 9 ਸੋਧਾਂ ਕਰਨੀ ਤਿਆਰ ਹੋਏ, ਇਸ ਕਰਕੇ ਵੀ ਤਿਆਰ ਹੋਏ ਕਿ ਇਹਨਾਂ ਬਿੱਲਾਂ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ। ਇਹ ਗੱਲ ਜਿਹੜੀ ਆ ਇਹ ਸਹੀ ਹੈ, ਇਸ ਕਰਕੇ ਇਹਨਾਂ ਨੇ ਇਹਦੇ ਤੇ ਇਹ ਗੱਲ ਮੰਨੀ ਤੇ ਇਹੀ ਗੱਲ ਜਿਹੜੀ ਆ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਵੀ ਮੰਨੀ। ਇਹ ਫੈਕਟ ਹੈ ਕਿ ਤੱਥ ਹਕੀਕਤ ਹੈ, ਇਹਨਾਂ ਬਿੱਲਾਂ ਦੇ ਵਿੱਚ ਵੱਡੇ ਨੁਕਸ ਹੈ। ਬੇਸਿਕਲੀ ਜਿਹੜਾ ਇਹ ਜਿਹੜੀ ਕੇਂਦਰ ਸਰਕਾਰ ਹੈ ਇਹਨੇ ਜਿਹੜੇ ਪਬਲਿਕ ਸੈਕਟਰ ਜਿਹੜਾ ਉਹਨੂੰ ਵੱਡੇ ਪੱਧਰ ਤੇ ਢਾਹ ਲਾਈ ਹੈ, ਵੱਡੇ ਪੱਧਰ ਤੇ ਤੋੜਿਆ। ਜੰਮੂ ਜੀ ਫਿਰ ਇਹ ਤਾਂ ਹੈਗਾ ਕਿ ਜੇ ਨੁਕਸ ਹੈਗੇ ਆ ਤੇ ਫਿਰ ਕਿਸਾਨ ਜਿਹੜੀ ਮੰਗ ਕਰ ਰਹੇ ਕਿ ਇਹਨਾਂ ਨੂੰ ਰੱਦ ਕਰੋ, ਫਿਰ ਤਾਂ ਬਿਲਕੁਲ ਠੀਕ ਹੈ, ਜਾਇਜ਼ ਹੈ ਗੱਲ ਕਿਸਾਨਾਂ ਦੀ।
ਦੇਖੋ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ। ਇਹ ਕਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਤੀਜਾ ਜਿਹੜਾ ਐਸੈਂਸ਼ੀਅਲ ਕਮੋਡਿਟੀ ਜ਼ਰੂਰੀ ਵਸਤਾਂ ਵਾਲਾ ਉਹ ਕੱਲਾ ਕਿਸਾਨਾਂ ਨਾਲ ਨਹੀਂ, ਉਹ ਪੂਰੇ ਦੇਸ਼ ਨਾਲ ਸੰਬੰਧਿਤ ਹੈ। ਜੇ ਕੋਈ ਜਿਣਸਾਂ ਖੇਤੀ ਜਿਣਸਾਂ ਜ਼ਿਆਦਾ ਮਹਿੰਗੀਆਂ ਹੋਣਗੀਆਂ, ਕਣਕ ਝੋਨਾ ਹੋਰ ਚੀਜ਼ਾਂ ਮਹਿੰਗੀਆਂ ਹੋਣਗੀਆਂ, ਜੇ ਤੁਸੀਂ ਅਨਲਿਮਟਿਡ ਲੋਕਾਂ ਨੂੰ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਸਟੋਰ ਕਰਨ ਦੇ ਜ਼ਖੀਰਾ ਕਰਨ ਦੇ ਅਧਿਕਾਰ ਦੇ ਦਿੱਤੇ ਆ। ਜਦੋਂ ਉਹ ਖਰੀਦ ਕੇ ਜ਼ਖੀਰਾ ਕਰ ਲੈਣਗੇ ਉਹ ਮਹਿੰਗੇ ਭਾਅ ਤੇ ਵੇਚਣਗੇ। ਮਹਿੰਗੇ ਭਾਅ ਤੇ ਚੀਜ਼ ਕੋਈ ਵੀ ਵਿਕੇਗੀ ਤਾਂ ਉਹਦਾ ਜਿਹੜਾ ਖਪਤਕਾਰ ਆ ਉਹਨੂੰ ਨੁਕਸਾਨ ਹੋਏਗਾ। ਇਸ ਕਰਕੇ ਏਡੀ ਵੱਡੀ ਹੋਲਡਿੰਗ ਦੀ ਆਗਿਆ ਦੇਣਾ, ਮਤਲਬ ਜ਼ਖੀਰਾ ਕਰਨ ਦੀ ਆਗਿਆ ਦੇਣਾ, ਇਹ ਗਲਤ ਹੈਗਾ। ਜੰਮੂ ਜੀ ਇੱਕ ਛੋਟੀ ਜਿਹੀ ਟਿੱਪਣੀ ਤੁਹਾਡੇ ਚਾਹੁੰਦੇ ਆ ਅਸੀਂ ਆਪਣੀ ਗੱਲਬਾਤ 'ਚ ਅੱਗੇ ਵਧਣ ਤੋਂ ਪਹਿਲਾਂ, ਕਿ ਜਿਹੜੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕੇਂਦਰੀ ਮੰਤਰੀ ਹੈਗੇ ਆ ਉਹ ਵੱਖ-ਵੱਖ ਬੋਲੀ ਬੋਲ ਰਹੇ, ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ? ਦੇਖੋ ਬੀਜੇਪੀ ਦਾ ਅੱਜ ਇਹ ਕੋਈ ਨਵਾਂ ਨਹੀਂਗਾ। ਬੀਜੇਪੀ ਦੇ ਲੰਮੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ, ਦੇਖਦੇ ਆ ਰਹੇ ਹਾਂ। ਇਹਨਾਂ ਦੇ ਐਕਸ਼ਨ ਮਤਲਬ ਇੱਕ ਕੋਨੇ 'ਚ ਕੁਝ ਹੋਰ ਬੋਲੇਗਾ, ਦੂਜੇ ਕੋਨੇ 'ਚ ਕੁਝ ਹੋਰ ਬੋਲੇਗਾ। ਹੁਣ ਵੀ ਕਈ ਤਰ੍ਹਾਂ ਦੀ ਬੋਲੀਆਂ ਨੇ। ਇਹ ਕੋਈ ਕਹਿ ਦੇਗਾ ਵੀ ਇਹਨਾਂ ਨੂੰ ਖਾਲਿਸਤਾਨ ਦੀ ਮੈਂ ਤਾਂ ਹਾਸਲ ਖਾਲਿਸਤਾਨੀ ਇੱਥੇ ਐਵੇਂ ਕਰਨਾ ਚਾਹੁੰਦਾ, ਦੂਜਾ ਕਹਿ ਦੇਗਾ ਵੀ ਇਹ ਕੋਈ ਗੱਲ ਸੁਣ ਲਈ ਤਿਆਰ ਨਹੀਂ, ਤੀਜਾ ਕੁਝ ਹੋਰ ਕਹਿ ਦੇਗਾ, ਇੱਕ ਕਹਿ ਦੇਗਾ ਵੀ ਅਸੀਂ ਜੋ ਹਮਨੇ ਮਾਨਨਾ ਥਾ ਉਹ मान लिया। ਮਤਲਬ ਇਸ ਤਰੀਕੇ ਦਾ ਅੱਜ ਨਹੀਂ, ਇਹ ਲਗਾਤਾਰ ਹੀ ਇਹਨਾਂ ਦੀ ਇਸ ਕਿਸਮ ਦੀ ਬੀਜੇਪੀ ਦੀ ਬਿਆਨਬਾਜ਼ੀ ਰਹੀ ਹੈ। ਮਤਲਬ ਵੱਖਰੀਆਂ ਦਿਸ਼ਾਵਾਂ 'ਚ ਵੱਖਰਾ ਇਹ ਕੁਝ ਇਹ ਬਿਆਨਬਾਜ਼ੀ ਕਰਦੇ ਆ। ਇਹ ਨਵਾਂ ਨਹੀਂਗਾ, ਪੁਰਾਣਾ ਮਤਲਬ ਸਿਸਟਮ ਇਹਨਾਂ ਦਾ ਚੱਲਿਆ ਆ ਰਿਹਾ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਕਿ ਇਹ ਬੀਜੇਪੀ ਦੇ ਆਗੂਆਂ ਨੂੰ ਇੱਕ ਸੁਰ ਇੱਕ ਆਵਾਜ਼ 'ਚ ਬੋਲਣਾ ਚਾਹੀਦਾ। ਉਹਨਾਂ ਨੂੰ ਕਹਿਣਾ ਇਹ ਚਾਹੀਦਾ ਵੀ ਉਹ ਕਰਨਾ ਕੀ ਚਾਹੁੰਦੇ ਆ। ਇਹ ਵੀ ਜਿਹੜੇ ਕੇਂਦਰੀ ਖੇਤੀਬਾੜੀ ਨਰਿੰਦਰ ਸਿੰਘ ਤੋਮਰ, ਉਹਨਾਂ ਕਿਹਾ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ। ਗੱਲਬਾਤ ਲਈ ਤਾਂ ਕਾਫੀ ਦੇਰ ਤੋਂ ਤਿਆਰ ਨੇ। 6 ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਗੱਲਬਾਤ ਤੋਂ ਅੱਗੇ ਗੱਲ ਹੈਗੀ ਹੈ। ਉਹਨਾਂ ਨੇ ਤਾਂ ਹੁਣ ਇੱਕੋ ਹੀ ਮੰਗ ਰੱਖੀ ਕਿਸਾਨਾਂ ਨੇ, ਯੈਸ ਔਰ ਨੋ, ਖੇਤੀ ਕਾਨੂੰਨ ਵਾਪਸ ਲਓਗੇ ਜਾਂ ਨਹੀਂ ਲਓਗੇ। ਇਸ ਕਰਕੇ ਇਹ ਗੱਲ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਸਮੇਂ ਵੀ ਕਹੀ ਸੀ ਵੀ ਇਹਨਾਂ ਬਿੱਲਾਂ ਦੇ ਉੱਪਰ, ਇਹਨਾਂ ਕਾਨੂੰਨਾਂ ਦੇ ਉੱਪਰ ਗੱਲ ਇਹ ਨਹੀਂ ਵੀ ਅਸੀਂ ਲੰਮੀ ਗੱਲਬਾਤ ਕਰੀਏ। ਸਵਾਲ ਇਹ ਹੈ ਵੀ ਤੁਸੀਂ ਇਹਨਾਂ ਨੂੰ ਰੱਦ ਕਰੋਗੇ ਜਾਂ ਨਹੀਂ ਕਰੋਗੇ, ਇਹਦੇ ਉੱਪਰ ਆਓ ਤੁਸੀਂ। ਜੰਮੂ ਜੀ ਧੰਨਵਾਦ ਤੁਹਾਡਾ। ਜੇ ਕੋਈ ਹੋਰ ਤੁਹਾਨੂੰ ਤਾਜ਼ਾ ਜਾਣਕਾਰੀ ਮਿਲੀ ਤਾਂ ਅਸੀਂ ਫਿਰ ਤੁਹਾਡੇ ਨਾਲ ਸੰਪਰਕ ਕਰਦੇ ਹਾਂ। ਧੰਨਵਾਦ। ਵਿਸ਼ੇ ਜੀ, ਜਿਸ ਤਰ੍ਹਾਂ ਇਹ ਗੱਲ ਆ ਰਹੀ, ਜਿਸ ਤਰ੍ਹਾਂ ਅੱਜ ਖੇਤੀਬਾੜੀ ਮੰਤਰੀ ਤੋਮਰ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਪਹਿਲੀਆਂ ਪ੍ਰਪੋਜ਼ਲ ਹੈ ਉਹਦੇ ਤੇ ਹੀ ਆਪਣੀ ਗੱਲ ਕਹੀ ਹੈ, ਉਹਨਾਂ ਤੇ ਹੀ ਜ਼ੋਰ ਦਿੱਤਾ ਹੈ ਕਿ ਸਰਕਾਰ ਇਹਨਾਂ ਦੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਹੈ, ਪਰ ਨਵੀਂ ਉਹਦੇ 'ਚ ਗੱਲ ਕੋਈ ਨਹੀਂ। ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? देखिए जंडू जी, जो तोमर जो बोल रहे हैं वो सेंट्रल गवर्नमेंट है, वो उसकी वो है जो भावना है, जो उसकी फीलिंग है उसको कन्वे कर रहे हैं जी। और वो फीलिंग ये है, एक मैसेज फार्मर्स को ये देना है कि सरकार ने अपने दरवाजे बंद नहीं किए हैं जी। लेकिन साथ ही साथ उन्होंने इस तरह का कोई इंडिकेशन नहीं दिया कि वो इन बिलों को वापस लेने के लिए तैयार है जी। तो वो इसमें केवल ये है, एक फेस सेविंग है, भाई हम बातचीत के लिए तैयार हैं, हम पीछे नहीं हटे हैं। जो किसान है वो आगे आए, मतलब ये एक तरह से जो बॉल है वो किसानों के पाले में डालने की कोशिश उन्होंने की है। लेकिन दूजे पासे विशे जी किसानों ने भी जथेबंदियां ने उदों बाद प्रेस कानफ्रेंस करके कहता कि जिहड़ी तोमर उन्होंने गल कही उहदे विच नवां कुछ नहीं, ते असीं गलबात काहते करनी है। नहीं, बिल्कुल ठीक है। उसमें एक भी चीज ऐसी नहीं है जो एग्रीकल्चर मिनिस्टर ने नहीं कही हो। उसने केवल एक बात है वो कही है, भाई जो हमने प्रपोजल भेजे हैं वो उसमें अगर कोई चीज रह गई है तो आओ बात करो और वो हम प्रपोजल ऐड कर लेंगे। लेकिन उनकी सारी बातचीत से ये जो इंडिकेशन है वो ये है भी सरकार इन बिलों को वापस लेने को फिलहाल तैयार नहीं है। निहाई तुसी इनके बारे की कहना चाहते? जहाँ तक मेरा आकलन है इस पूरी स्थिति का, वो इस तरह का है जंडू जी कि किसान जब केंद्रीय गृह मंत्री अमित शाह से मिलने गए थे और उनके बीच जो बातचीत रही होगी जिस पर वो ये मानने को तैयार हो गए थे कि जो केंद्र प्रस्ताव भेजेगी अगले दिन उन पर वो विचार करेंगे और उसके बाद वो फैसला लेंगे, तो कहीं ना कहीं किसानों को ये लगा था कि जो प्रस्ताव केंद्र की तरफ से आएगा
वो उन मांगों को पूरा करेगा और शायद संशोधन पर भी थोड़ा बहुत किसान को लगता था कि वो प्रस्ताव में शामिल होगा और वो मानते नजर आ रहे थे। लेकिन जब प्रस्ताव पर उन्होंने विचार विमर्श किया और ये पाया कि उनकी मांगे अभी भी पूरी नहीं की गई हैं, वही बातें दोहराई गई हैं, तब किसानों को गुस्सा बहुत ज्यादा। पर नेहा जी, एक गल ਤਾਂ ਹੈ ਨਾ ਕਿ ਸਰਕਾਰ ਜਿਹੜੀ ਪਹਿਲਾਂ ਇਹ ਕਹਿ ਰਹੀ ਸੀ ਕਿ ਅਸੀਂ ਜਿਹੜੇ ਖੇਤੀ ਕਾਨੂੰਨ ਲਿਆਂਦੇ ਆ ਉਹ ਬਿਲਕੁਲ ਠੀਕ ਹੈ, ਕਿਸਾਨਾਂ ਦੇ ਹਿੱਤ ਵਿੱਚ ਹੈ, ਤੇ ਗੱਲਬਾਤ ਤੋਂ ਬਾਅਦ ਇਹ ਗੱਲ ਤਾਂ ਸਾਹਮਣੇ ਆਈ ਹੈ ਨਾ, ਤੇ ਸਰਕਾਰ ਨੇ ਵੀ ਮੰਨੀ ਹੈ, ਖੇਤੀਬਾੜੀ ਮੰਤਰੀ ਨੇ ਵੀ ਮੰਨੀ ਹੈ, ਗ੍ਰਹਿ ਮੰਤਰੀ ਨੇ ਮੰਨੀ ਹੈ ਕਿ ਉਹਨਾਂ 'ਚ ਨੁਕਸ ਹੈਗੇ ਆ, ਜਿਹੜੇ ਨੁਕਸ ਹੈ ਤੇ ਉਹਨਾਂ ਨੇ ਦੂਰ ਕਰਨ ਦੇ ਲਈ ਪ੍ਰਪੋਜ਼ਲ ਭੇਜੀਆਂ ਹੈ ਨਾ। जी जी, तो यही मुझे जो लगता है कि यही कि वो प्रपोजल इसीलिए उस पर विचार करने के लिए तैयार हो गए थे किसान के संगठन, कि शायद उन्हें ये लग रहा था कि प्रपोजल ऐसा आएगा केंद्र की तरफ से कि उनकी सभी मांगे मान ली जाएंगी। लेकिन जब प्रपोजल में ऐसा उनको कुछ नहीं मिला तो वो और गुस्सा हो गए और कहने लगे कि अब सीधे सीधे अंबानी अडानी के साथ साथ बीजेपी के मंत्रियों का घेराव किया जाएगा, सड़कें जाम की जाएंगी, ट्रेन रोको, रेल रोको आंदोलन छेड़ा जाएगा। जी विशे जी, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਕਿਸਾਨ ਆਪਣੀ ਗੱਲ ਤੇ ਕਾਇਮ ਨੇ, ਸਰਕਾਰ ਆਪਣੀ ਗੱਲ ਤੇ ਕਾਇਮ ਹੈ, ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ, ਤੇ ਤੁਸੀਂ ਇਸ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਗੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਜਾ ਰਹੀਆਂ? दरअसल ये सारा मामला है एक बड़ी जो सीरियस सिचुएशन है उसकी तरफ बढ़ता दिखाई पड़ रहा है। वो किसानों ने अपना जो स्वर है, जो डिमांड है, जी, जी, जी। वो इस लेवल तक बढ़ा दिया है भी उसमें वो 1% भी कंप्रोमाइज करने के लिए तैयार नहीं है। हाँ, वो जिस तरह जम्मू जी कह रहे हो ना, यस का नो च जवाब चाहते हो, तो जब भी आप बातचीत की टेबल पे आएंगे तो बातचीत की टेबल में यस और नो के ऊपर बातचीत कभी भी नहीं होती जी। लेकिन तो यहाँ पर मैं जोड़ना चाहूंगी वशिष्ठ जी आपके लिए भी कि आज जो किसानों ने प्रेस वार्ता की केंद्रीय कृषि मंत्री तोमर के बाद, उन्होंने कहा था कि 10 दिसंबर यानी आज का ही अल्टीमेटम उन्होंने सरकार को दिया था और सरकार ने उस अल्टीमेटम को क्रॉस कर लिया है, वो सीमा समाप्त हो गई है और अब तो वो आंदोलन करेंगे, अब तो यस और नो की स्थिति ही रहेगी। अब बातचीत उन्होंने बिल्कुल एक्सेप्ट नहीं की है कि बातचीत बेशक अब आप हमेशा बुलाइए, कभी भी बुलाइए, लेकिन बातचीत नहीं चाहिए, कानून वापस लीजिए। जी, वो एक सिचुएशन ये बन गई है कि इस समय बातचीत पॉसिबल भी नहीं है। दोनों अगर जो धड़े हैं वो अपने अपने स्टैंड से एक एक कदम पीछे नहीं हटेंगे तो कोई कंप्रोमाइज भी नहीं होगा। जी जी जी। और वो जो कंप्रोमाइज नहीं होगा तो उसका सीधा सा अर्थ है कि टकराव है, संघर्ष है। और ये संघर्ष जो मुझे लगता है वो जैसे लद्दाख के अंदर है, वो चाइना बॉर्डर पे बैठा हुआ है। जी जी। और वहां भी वो एक कोई टिप्पणीकार है, वो उनका कहना है भी चाइना ने लद्दाख में धरना दिया हुआ है और किसानों ने दिल्ली बॉर्डर पे धरना दिया हुआ है। जी जी। दोनों तरफ है अपने अपने स्टैंड से पीछे हटने को तैयार नहीं है जी। और इस सिचुएशन में ये बहुत लंबा संघर्ष है, वो चल सकता है। ਵਿਸ਼ੇ ਜੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ, ਪਰ ਹੁਣ ਇਸ ਵੇਲੇ ਤੱਕ ਕਿਸਾਨ ਅੰਦੋਲਨ ਇੱਕ ਜਨ ਅੰਦੋਲਨ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਜਿਸ ਤਰ੍ਹਾਂ ਅਸੀਂ 8 ਦਸੰਬਰ ਨੂੰ ਦੇਖਿਆ ਕਿ ਭਾਰਤ ਬੰਦ 'ਚ ਸਮਾਜ ਦੇ ਬਾਕੀ ਸਾਰੇ ਵਰਗਾਂ ਨੇ ਵੀ ਉਹਨਾਂ ਦੇ ਨਾਲ ਸ਼ਮੂਲੀਅਤ ਕੀਤੀ ਹੈ ਬੰਦ ਦੇ ਵਿੱਚ। वो देखिए, ये जो एक तो ये मैं कहना चाहूँगा भी इस आंदोलन ने, इस एजिटेशन ने पंजाब को जो उसकी आत्मा थी, वो शायद उसकी जो रूह है उसको दोबारा से मतलब है सामने उसकी पहचान करवाई है। जी जी। और दूसरा ये है कि इस समय जो मुझे लगता है, जो मेरा जो निजी जो सोच है वो ये है भी ये खेती बाड़ी है उससे जो खेती-बाड़ी वाली डिमांड है उससे आगे निकल गया है। जी जी। और इस समय ये एक जो पंजाब की जो आइडेंटिटी है, पंजाब के किसान की आइडेंटिटी है, उसके साथ जुड़ गया है। जी जी जी। तो ऐसे में अब पूरे देश के अंदर धीरे धीरे जो पंजाब के किसान है उनको समर्थन मिलने लगा है। वो किसान कहीं का भी है, वो एक जो दूसरी जगह का, वो अपने आप को पंजाब के किसान ना जोड़ के देखने लग गया। जैसे हरियाणा में था, जब पंजाब के किसानों ने शुरू किया दिल्ली में, तो हरियाणा के किसान थोड़े थे, लेकिन धीरे धीरे ये हरियाणा के अंदर एक सिंपैथी वेव है, केवल किसानों में नहीं, जो व्यापारी थे, जो एम्प्लॉइज थे, जो बाकी जो वर्ग थे, उनके अंदर भी वो सिंपैथी वेव है वो शुरू हुई। वो ठीक है, वे पूरे हरियाणा से अभी किसान वहां पहुंचने शुरू नहीं हुए हैं, लेकिन एक सिंपैथी वेव है वो पूरे हरियाणा के अंदर है। और ये सिंपैथी वेव है हरियाणा में नहीं, मुझे लगता है
पूरे देश के अंदर है तैयार होगी। नेहा जी, जिस तरह ਅੱਜ ਹਰਿਆਣਾ ਦੇ ਵਿੱਚ ਵੀ ਹਰਿਆਣਾ ਦੇ ਚੀਫ ਮਿਨਿਸਟਰ ਨੇ ਆਪਣੀ ਇੱਕ ਮੀਟਿੰਗ ਕੀਤੀ ਹੈ, ਦੁਸ਼ਯੰਤ ਜਿਹੜੇ ਚੌਟਾਲਾ ਹੈ ਉਹ ਵੀ ਬੋਲਿਆ, ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੇ ਸੰਦਰਭ ਦੇ ਵਿੱਚ, ਕਿਉਂਕਿ ਉਹਨਾਂ ਨੇ ਵੀ ਖੇਤੀ ਬਿੱਲਾਂ ਨਾਲ ਸੰਬੰਧਿਤ एमसीपी बारे गलबात की है। जी बिल्कुल जंडू जी, जिस तरह से आज अनौपचारिक कैबिनेट बैठक उप मुख्यमंत्री दुष्यंत चौटाला के आवास पर बुलाई गई, तो ये बिल्कुल एक साफ इशारा है कि हरियाणा में भी जो भाजपा और जजपा की सरकार है उस पर एक दबाव है इस किस्म का, क्योंकि जन आंदोलन है जो वो उनके खिलाफ जा रहा है, जो लहर है जन आंदोलन का वो मौजूदा प्रदेश सरकार के खिलाफ जा रहा है। यही वजह मुझे लगता है कि ये अनौपचारिक कैबिनेट की बैठक बुलाई गई। दुष्यंत चौटाला ने साफ करने की कोशिश की है कि वो किसानों के एमएसपी के हक में है और जो कानून आया है उसमें किसानों के वो साथ रहेंगे। हालांकि उन्होंने अभी भी ये साफ कर दिया कि वो किसान के मुद्दे पर के बावजूद अभी भी वर्तमान में भाजपा जजपा एक साथ ही है। उनका राजसी असर कोई देखने ਨੂੰ ਉਹਦੇ ਚ ਨਜ਼ਰ ਆਉਂਦਾ ਜੀ ਕਿ ਕੋਈ ਜਿਸ ਤਰ੍ਹਾਂ ਆਮ ਤੌਰ ਤੇ ਆ ਰਿਹਾ ਚਰਚਾ ਦੇ ਵਿੱਚ ਕਿ ਕਿਸਾਨ ਅੰਦੋਲਨ ਦਾ ਬਹੁਤ ਦਬਾਅ ਹੈ ਦੁਸ਼ਯੰਤ ਦੇ ਉੱਪਰ ਤੇ ਉਸ ਦੇ 7 ਐਮਐਲਏ ਵੀ ਜਿਹੜੇ ਆ ਕਿਸਾਨਾਂ ਦੇ ਨਾਲ ਖੜ ਗਏ ਆ, ਤਾਂ ਕੀ ਇਹ ਸਰਕਾਰ ਤੋਂ ਜਿਹੜੀ ਹਮਾਇਤ ਵਾਪਸ ਲੈਣ ਵੱਲ ਵੀ ਜਾ ਸਕਦੀ ਹੈ ਗੱਲ? जी बिल्कुल, आज जिस तरह से उन्होंने बोला, जैसे वशिष्ठ जी ही थोड़ी देर पहले हमसे बातचीत में कह रहे थे कि उनकी बातों से कहीं नहीं लग रहा है कि वो अभी सरकार में अलग होंगे। जी, सरकार से अलग होने वाले हैं। वो सोच रहे हैं कि शायद ये मामला आगे आने वाले दिनों में ठंडा हो जाए, लेकिन मुझे नहीं लगता कि ये दुष्यंत चौटाला की जो सोच है वो सही जा रही है, क्योंकि जन आंदोलन अब उनके खिलाफ और तीव्र हो सकता है, भड़क सकता है, क्योंकि कल ही ट्विटर पर उनका काफी ज्यादा विरोध हो रहा था और अब लगता है कि इस बयान के बाद और ज्यादा विरोध उनको उनका सामना करना पड़ेगा। ਵਿਸ਼ੇ ਜੀ, ਇਹਦੇ ਰਾਜਸੀ ਉੱਥੇ ਕੀ ਅਸਰ ਪੈਣਗੇ ਹਰਿਆਣੇ ਦੇ ਵਿੱਚ, ਜਿਸ ਤਰ੍ਹਾਂ ਕਿਸਾਨ ਅੰਦੋਲਨ ਨਾਲ ਖਾਪ ਪੰਚਾਇਤਾਂ ਵੀ ਉਹਨਾਂ ਨਾਲ ਖੜ ਰਹੀਆਂ, ਕਿਸਾਨ ਵੱਡੀ ਗਿਣਤੀ 'ਚ ਉੱਥੇ ਜਾ ਰਹੇ ਆ ਔਰ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹਰਿਆਣੇ ਦੇ ਦਾ ਕਿ ਆਉਣ ਵਾਲੇ ਦਿਨਾਂ 'ਚ ਸਾਡੇ ਜਿਹੜੇ ਹਰਿਆਣਾ ਦੇ ਕਿਸਾਨਾਂ ਦੀ गिनती पंजाब के किसानों ने उत्थे वध जाएगी। देखिए जड्डू जी, इसमें हरियाणा में 90 जो कॉन्स्टिट्यूएंसीज है असेंबली की जी, उसमें से 40 कॉन्स्टिट्यूएंसीज ऐसी हैं जो रूरल बेस्ड कॉन्स्टिट्यूएंसी है जी, और उस 40 में से भी क्योंकि खापे हैं वो किसान आंदोलन के हक में खड़ी हो गई हैं जी जी, तो खापों का जो असर है वो 30 कॉन्स्टिट्यूएंसीज के अंदर है, बिल्कुल साफ है, वो देखा जा सकता है जी। तो ऐसे एक बड़ा जो हरियाणा का जो हिस्सा है वो इस किसान आंदोलन के साथ है, वो पॉलिटिकली है, वो जुड़ा हुआ है जी, और ये इसीलिए वो जेजेपी है जो दुष्यंत चौटाला की पार्टी है जी, उसके ऊपर लगातार ये प्रेशर है बनता जा रहा है कि वो खट्टर सरकार है, क्योंकि खट्टर सरकार एक तो बीजेपी की सरकार है और दूसरा पंजाब से जब किसान आ रहे थे तो उनको रोकने के लिए खट्टर सरकार ने जगह जगह वाटर कैनन है या जो बाकी बैरिकेडिंग है वो किए। तो ऐसे में ये प्रेशर बन रहा है, क्योंकि देवीलाल फैमिली है उसकी ये दूसरी पार्टी है जी, और देवीलाल किसानों के देश के अंदर चौधरी चरण सिंह के बाद है सबसे बड़े और कद्दावर और जिनको प्यार किया जाता था, वो वैसे नेता थे। तो उनकी फैमिली से ये उम्मीद की जाती है कि वो किसानों के साथ खड़ी होगी, और इसलिए ये बार बार इनके ऊपर दबाव है कि ये सरकार से समर्थन वापस लें। एक चीज मैं जंडू जी यहाँ पे जोड़ना चाहूंगी कि जिस तरह का दबाव जेजेपी है उसी तरह का दबाव आज मुझे केंद्रीय कृषि मंत्री नरेंद्र सिंह तोमर के चेहरे पर भी नजर आया। अच्छा, जब वो प्रेस वार्ता कर रहे थे तो वो पहले की तरह सहज नहीं दिख रहे थे, एक तनाव उनके चेहरे पर बिल्कुल चेहरे तो पढ़िया जा सकता जी। बिल्कुल जी बिल्कुल। नेहा जी, इत्थे मैं इत्थे ये भी है कि जिस तरह दिल्ली तो खबर आ रही है कि मनीष सिसोदिया के घर बकायदा ਜਿਹੜੇ ਭਾਜਪਾ ਦੇ ਵਰਕਰ ਸੀ ਉਹਨਾਂ ਨੇ ਘੁਸਪੈਠ ਕਰਕੇ ਦਾਖਲ ਹੋ ਕੇ ਉੱਥੇ ਕੁੱਟਮਾਰ ਵੀ ਕੀਤੀ ਹੈ। ਅਸੀਂ ਦੇਖਦੇ ਹਾਂ ਕਿ ਇੱਥੇ ਤਾਂ ਭਾਰਤੀ ਜਨਤਾ ਪਾਰਟੀ ਇਹ ਕਰ ਰਹੀ ਆ ਔਰ ਉਹਨਾਂ ਦੇ ਲੀਡਰ ਚੁੱਪ ਹੈ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪੱਛਮੀ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਜੇਪੀ ਨੱਡਾ ਦੇ ਕਾਫਲੇ ਦੇ ਉੱਤੇ ਉੱਥੇ ਪਥਰਾ ਹੋਇਆ, ਉਹਦੇ ਬਾਰੇ ਜਿਹੜਾ ਬਕਾਇਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਕਹਿ ਰਿਹਾ ਕਿ TMC ਨੇ ਕਰਵਾਇਆ, ਹੋਰ ਇਸ ਤਰ੍ਹਾਂ ਦੇ ਸਾਰਾ ਕੁਝ ਆ ਰਿਹਾ, ਪਰ ਆਪਦੇ ਵਰਕਰ ਨੂੰ ਉਹ ਇੱਥੇ ਕੰਟਰੋਲ ਨਹੀਂ ਕਰ ਪਾ ਰਿਹਾ, ਕਿਉਂਕਿ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ अरविंद केजरीवाल ਨੂੰ ਵੀ ਉਹ ਘਰ 'ਚ ਬੰਦ ਨੇ, ਉਹਨਾਂ ਬਾਰੇ ਅਗਲੀ ਖਬਰ ਨਹੀਂ ਆ ਰਹੀ, ਉਹ ਬੰਦ है कि ये एक दोहरी नीति है। जब भाजपा का सामना पश्चिम बंगाल में होता है तो वो कहते हैं गुंडागर्दी का हमें सामना करना पड़ रहा है, सारा ठीकरा ममता बनर्जी की पार्टी के ऊपर फोड़ा जाता है और धनाधन अकाउंट से पोस्ट किए जा रहे हैं ट्विटर पर कि ये बहुत ही गलत
विगत हुआ है, गुंडागर्दी चल रही है, पश्चिम बंगाल में कैसी सरकार है, कानून व्यवस्था नहीं है। लेकिन वहीं दूसरी तरफ ट्विटर पर आम आदमी पार्टी जो आरोप लगा रही है कि उनके डिप्टी सीएम के घर में भाजपा के कार्यकर्ता घुस गए हैं और वहां पर उनके परिवार के सदस्यों पर हमला हुआ है, इस बाबत कहीं कोई कमेंट नहीं आया है। विशेष जी संक्षेप च अपना समा खत्म हो रहा, तुसीं भी इहदे बारे कुछ कहना चाहुंदे? अब मैं तो कहना ये चाहूंगा भी ये एक हमारा पॉलिटिकल सिस्टम जैसा बन गया है, उसमें जहां जिसको मौका लगता है वो वायलेंस करने के लिए तैयार है। इसमें कोई कायदा कानून या कोई नैतिकता है, मॉरलिटी है, वो नहीं है। और चाहे वो बंगाल में है, केरल के अंदर है, दिल्ली में है या कहीं पंजाब में है, जिस पॉलिटिकल पार्टी के वर्कर को मौका मिलता है, क्योंकि मसल पावर है वो हर एक के पास है जी, और जिसको मौका मिलता है वो अपना मौका है वो पूरा कर देता है, टाड़ देता है जी। ਇੱਥੇ ਅਸੀਂ ਹੁਣ ਆਪਣਾ ਸਾਡੇ ਪ੍ਰੋਗਰਾਮ ਦਾ, ਸਾਡੇ ਸ਼ੋਅ ਦਾ ਸਮਾਂ ਜਿਹੜਾ ਹੈ ਸਮਾਪਤ ਹੋ ਰਿਹਾ, ਪਰ ਇੱਥੇ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਤੁਹਾਡੀ ਜਾਣਕਾਰੀ 'ਚ ਦੱਸਣਾ ਚਾਹਣਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਾਰੀਆਂ ਪਰਿਸਥਿਤੀਆਂ ਬਣੀਆਂ ਆ, ਉਹਦੇ ਵਿੱਚ ਜਿਹੜੇ ਪੰਜਾਬ ਦੇ ਕਾਂਗਰਸ ਹਾਈ ਕਮਾਂਡ ਵੱਲੋਂ ਇੰਚਾਰਜ ਨੇ ਹਰੀਸ਼ ਰਾਵਤ, ਉਹਨਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਗੱਲ ਦੇ ਵੀ ਚਰਚਾ ਹੈ ਕਿ ਸ਼ਾਇਦ ਉਹ ਜਿਹੜਾ ਪੰਜਾਬ ਦੇ ਅੰਦਰ ਜਥੇਬੰਦਕ ਢਾਂਚਾ ਬਣਾਉਣ ਦੇ ਸਬੰਧ ਦੇ ਵਿੱਚ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ, ਪਰ ਨਾਲ ਇਹ ਵੀ ਗੱਲ ਆ ਰਹੀ ਹੈ ਕਿ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਅਜੇ ਜਿਹੜਾ ਕਿਸਾਨ ਅੰਦੋਲਨ ਜਿੰਨੀ ਦੇਰ ਚੱਲ ਰਿਹਾ ਉਨੀ ਦੇਰ ਇਸ ਗੱਲ ਤੋਂ ਅਜੇ ਚੁੱਪ ਵੱਟੀ ਜਾਵੇ। ਪਰ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਹੁਣੇ ਖਬਰ ਆਈ ਸੀ, ਅਸੀਂ ਇਹ ਚਾਹੁੰਦੇ ਸੀ ਕਿ ਜ਼ਰੂਰ ਤੁਹਾਡੀ ਨਜ਼ਰ ਕਰ ਦਿੱਤੀ ਜਾਵੇ। ਤੁਹਾਡਾ ਸਾਡੇ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਡੇ ਬਾਕੀ ਦੇ ਪ੍ਰੋਗਰਾਮਾਂ ਨਾਲ ਵੀ ਇਸ ਤਰ੍ਹਾਂ ਹੀ जुड़े रहे। बहुत बहुत धन्यवाद। ਤਾਂ ਮੰਡੀ ਦੇ ਵਿੱਚ ਜਿਹੜਾ ਮੰਡੀ ਸਿਸਟਮ ਚੱਲਦਾ ਬਤੌਰ ਪੱਲੇਦਾਰ ਆੜ੍ਹਤੀ, ਉਸ ਤੋਂ ਬਾਅਦ ਮੰਗ ਕੀ ਹੋਈ ਮੋਦੀ ਸਾਹਿਬ ਤੋਂ ਮੰਗ ਆ ਜੀ। ਮੈਂ ਇਹ ਗੱਲ ਪਹਿਲਾਂ ਪੂਰੀ ਕਰ ਲਵਾਂ, ਜਿਹੜੀ ਬਹੁਤ ਜ਼ਰੂਰੀ ਹੈ।